ਹੈਲੋ ਗੁੱਡ ਮੋਰਨਿੰਗ ਸਟੂਡੈਂਟਸ। ਬੇਟਾ ਅੱਜ ਆਪਾਂ ਟੌਪਿਕ ਕਰ ਲੱਗੇ ਗਾਮਾ ਫੰਕਸ਼ਨਸ। ਗਾਮਾ ਫੰਕਸ਼ਨ ਸੈਕੰਡ ਪਾਰਟ ਹੈਗਾ ਵਾ ਬੀਟਾ ਗਾਮਾ ਫੰਕਸ਼ਨ ਚੈਪਟਰ ਦਾ। ਫਸਟ ਪਾਰਟ ਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਬੀਟਾ ਫੰਕਸ਼ਨ। ਹੁਣ ਸੈਕੰਡ ਪਾਰਟ ਦੇ ਵਿੱਚ ਆਪਾਂ ਸਟੱਡੀ ਕਰਨ ਜਾ ਰਹੇ ਹਾਂ ਗਾਮਾ ਫੰਕਸ਼ਨ। ਗਾਮਾ ਫੰਕਸ਼ਨ ਬੇਸਿਕਲੀ ਹੁੰਦਾ ਕੀ ਆ? ਗਾਮਾ ਫੰਕਸ਼ਨ ਇੱਕ ਇੰਟੀਗਰਲ ਫੰਕਸ਼ਨ ਆ ਜਿਹੜਾ ਹੁੰਦਾ ਵਾ ਐਸ ਫਾਰਮ ਦਾ 0 to infinity e raised to power -x x raised to power n-1 dx। ਹੁਣ n ਕਿੱਦਾਂ ਦਾ ਨੰਬਰ ਹੈ? ਯਾਦ ਰੱਖਣਾ n ਇੱਕ ਪੋਜ਼ੀਟਿਵ ਨੰਬਰ ਆ। ਹੁਣ ਇਸ ਫਾਰਮ ਦੇ ਕਿਸੇ ਵੀ ਆਪਾਂ ਇੰਟੀਗਰਲ ਨੂੰ ਬੋਲ ਸਕਦੇ ਹਾਂ ਕਿ ਉਹ ਹੈਗਾ ਵਾ ਗਾਮਾ ਫੰਕਸ਼ਨ, ਅਤੇ ਇਹਨੂੰ ਆਪਾਂ ਡਿਨੋਟ ਕਰਨਾ ਐਸ ਸਿੰਬਲ ਦੇ ਨਾਲ ਗਾਮਾ n ਕਰਕੇ। ਕਲੀਅਰ ਬੇਟਾ? ਜਿੱਦਾਂ ਆਪਾਂ ਬੀਟਾ ਫੰਕਸ਼ਨ ਨੂੰ ਡਿਫਾਈਨ ਕੀਤਾ ਸੀ, ਗਾਮਾ ਫੰਕਸ਼ਨ ਨੂੰ ਇਸ ਤਰ੍ਹਾਂ ਡਿਫਾਈਨ ਕਰਦੇ ਆ। ਹੁਣ ਨੈਕਸਟ ਬੇਟਾ ਫਰਦਰ ਐਗਜ਼ਾਮਪਲਸ ਹੈਗੀਆਂ ਵਾ। ਜਿੱਦਾਂ ਫਸਟ ਐਗਜ਼ਾਮਪਲ ਆ। ਹੁਣ ਫਸਟ ਐਗਜ਼ਾਮਪਲ ਨੂੰ ਜੇ ਤੁਸੀਂ ਧਿਆਨ ਨਾਲ ਵੇਖੋਗੇ ਇਹ ਬਿਲਕੁਲ ਗਾਮਾ ਫੰਕਸ਼ਨ ਦੀ ਫਾਰਮ 'ਚ ਹੈਗੀ ਆ। ਇਹਨੂੰ ਆਪਾਂ ਸਪੈਲ ਕਰ ਸਕਦੇ ਕਿ ਇਹ ਕੀ ਹੈਗਾ ਵਾ? ਇਹ ਹੈਗਾ ਵਾ ਗਾਮਾ 4। ਇਹ ਆਪਣੇ ਕੋਲ ਹੈਗਾ ਵਾ ਗਾਮਾ 4। ਓਕੇ, ਨੈਕਸਟ ਐਗਜ਼ਾਮਪਲ ਨੰਬਰ 2। ਇਹਦੇ ਵਿੱਚ ਵੀ ਲਿਮਿਟਸ ਹੈਗੀਆਂ ਵਾ 0 to infinity ਅਤੇ e raised to power ਹੈਗੀ ਆ -x। ਇਸ ਕਰਕੇ ਇਹਨੂੰ ਵੀ ਆਪਾਂ ਗਾਮਾ ਫੰਕਸ਼ਨ ਦੀ ਫਾਰਮ 'ਚ ਲਿਖ ਸਕਦੇ ਹਾਂ। x ਦੀ ਪਾਵਰ ਹੈਗੀ ਹੈ 2/5। 2/5 + 1 ਆਪਣੇ ਕੋਲ ਹੋ ਗਿਆ 7/5। ਇਸ ਕਰਕੇ ਇਹਨੂੰ ਆਪਾਂ ਕਹਿ ਸਕਦੇ ਹਾਂ ਗਾਮਾ 7/5। ਠੀਕ ਹੈ, ਇਹਨੂੰ ਆਪਾਂ ਕਹਿ ਸਕਦੇ ਗਾਮਾ 7/5। ਨੈਕਸਟ ਬੇਟਾ ਥਰਡ ਐਗਜ਼ਾਮਪਲ ਵੱਲ ਧਿਆਨ ਨਾਲ ਦੇਖਿਓ। ਥਰਡ ਐਗਜ਼ਾਮਪਲ ਨੂੰ ਇੱਥੇ ਲਿਖਿਆ ਵਾ ਕਿ ਇਹ ਗਾਮਾ ਫੰਕਸ਼ਨ ਹੈਗਾ ਵਾ ਅਤੇ ਇਹਨੂੰ ਡਿਨੋਟ ਕਰਾਂਗੇ ਗਾਮਾ 1/2। ਪਰ ਅਸਲ ਦੇ ਵਿੱਚ ਇਹ ਗਲਤ ਆ। ਗਲਤ ਲਿਖਿਆ ਇਹਨਾਂ ਨੇ। ਕਾਹਤੋਂ ਗਲਤ ਲਿਖਿਆ ਵਾ? ਕਿਉਂਕਿ ਜਿਹੜਾ ਫੰਕਸ਼ਨ ਉਹਨਾਂ ਨੇ ਡਿਫਾਈਨ ਕੀਤਾ ਵਾ ਉਹਦੇ ਵਿੱਚ ਲਿਮਿਟਸ ਹੀ ਨਹੀਂ ਹੈਗੀਆਂ। ਜਿੰਨਾ ਚਿਰ ਲਿਮਿਟਸ 0 to infinity ਨਾ ਹੋਣ ਅਤੇ ਫੰਕਸ਼ਨ e raised to power -x x raised to power n-1 ਦੀ ਫਾਰਮ 'ਚ ਨਾ ਹੋਵੇ, ਆਪਾਂ ਉਹਨੂੰ ਗਾਮਾ ਫੰਕਸ਼ਨ ਨਹੀਂ ਕਹਿ ਸਕਦੇ। ਸਿਮਿਲਰਲੀ ਆ ਜਿਹੜਾ ਫੋਰਥ ਐਗਜ਼ਾਮਪਲ ਆਪਾਂ ਨੂੰ ਦਿੱਤੀ ਆ, ਇਹ ਵੀ ਗਾਮਾ ਫੰਕਸ਼ਨ ਨਹੀਂ ਹੈਗਾ। ਆ ਪਹਿਲੇ ਦੋ ਗਾਮਾ ਫੰਕਸ਼ਨ ਹੈਗੀਆਂ ਸੀ ਐਗਜ਼ਾਮਪਲਾਂ, ਪਰ ਜਿਹੜੀ ਨੈਕਸਟ ਵਾਲੀਆਂ ਦੋ ਐਗਜ਼ਾਮਪਲਾਂ ਆਪਾਂ ਕੋਲ ਲਿਖੀਆਂ ਵਾ ਇਹ ਗਾਮਾ ਫੰਕਸ਼ਨ ਨਹੀਂ ਹੈਗੀਆਂ। ਫਰਦਰ ਆਪਣੇ ਕੋਲ ਇੱਕ ਰਿਲੇਸ਼ਨ ਹੈਗਾ ਵਾ ਜਿਹਨੂੰ ਆਪਾਂ ਕਹਿੰਦੇ ਹਾਂ ਰੀਕਰੈਂਸ ਰਿਲੇਸ਼ਨ ਫॉर ਏ ਗਾਮਾ ਫੰਕਸ਼ਨ। ਠੀਕ, ਹੁਣ ਇਹ ਰੀਕਰੈਂਸ ਰਿਲੇਸ਼ਨ ਫॉर ਗਾਮਾ ਫੰਕਸ਼ਨ ਹੁੰਦਾ ਕੀ ਆ? ਇਹਦੇ ਵਿੱਚ ਬੇਸਿਕਲੀ ਆਪਾਂ ਇੱਕ ਰਿਲੇਸ਼ਨ ਡਿਰਾਈਵ ਕਰਨਾ ਵਾ ਜਿਹੜਾ ਤੁਹਾਡੀ ਸਕਰੀਨ 'ਤੇ ਹੈਗਾ ਸਾਹਮਣੇ ਤੁਹਾਡੇ। ਆਪਾਂ ਆਹ ਵਾਲਾ ਰਿਲੇਸ਼ਨ ਡਿਰਾਈਵ ਕਰਨਾ ਵਾ। ਇਹ ਬੜਾ ਇੰਪੋਰਟੈਂਟ ਹੈਗਾ ਵਾ ਫਰੋਮ ਦਾ ਪੁਆਇੰਟ ਆਫ ਵਿਊ ਆਫ ਆਰਟੀਕਲ ਐਜ਼ ਵੈਲ ਐਜ਼ ਕੁਐਸਚਨ। ਇਹ ਦੋਨਾਂ 'ਚ ਆ ਸਕਦਾ ਵਾ। ਹੋ ਸਕਦਾ ਐਗਜ਼ਾਮ 'ਚ ਕੋਈ ਕੁਐਸਚਨ ਆ ਜਾਏ ਆਪਾਂ ਨੂੰ ਇਸ ਤਰ੍ਹਾਂ ਦਾ ਕਿ ਪ੍ਰੂਫ ਕਰੋ ਕਿ ਗਾਮਾ n ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਵਾ। ਠੀਕ ਆ, ਬਹੁਤ ਇੰਪੋਰਟੈਂਟ ਰਿਜ਼ਲਟ ਹੈਗਾ ਵਾ। ਇਸ ਕਰਕੇ ਸਾਰਿਆਂ ਨੇ ਇਹ ਰਿਜ਼ਲਟ ਯਾਦ ਰੱਖਣਾ। ਹੁਣ ਵੇਖਣ ਨੂੰ ਤਾਂ ਲੱਗਦਾ ਕਿ ਦੋ ਰਿਜ਼ਲਟ ਵੱਖੋ ਵੱਖਰੇ ਹੈਗੇ ਆ। ਠੀਕ ਹੈ, ਦੋ ਰਿਜ਼ਲਟ ਸੇਮ ਵੀ ਆ ਅਤੇ ਵੱਖਰੇ ਵੀ ਆ। ਠੀਕ ਆ, ਕਾਹਤੋਂ? ਕਿਉਂਕਿ ਜੇ ਤਾਂ ਆਪਣੇ ਕੋਲ n ਹੈਗਾ ਵਾ ਕੋਈ ਰੀਅਲ ਨੰਬਰ, ਜੇ ਤਾਂ n ਹੈਗਾ ਵਾ ਆਪਣੇ ਕੋਲ ਕੋਈ ਰੀਅਲ ਨੰਬਰ, ਅਤੇ ਫਿਰ ਯਾਦ ਰੱਖਣਾ ਕਿ ਫਸਟ ਰਿਜ਼ਲਟ ਹੋਲਡ ਕਰਦਾ ਵਾ, ਸੈਕਿੰਡ ਰਿਜ਼ਲਟ ਆਪਾਂ ਨਹੀਂ ਲਿਖ ਸਕਦੇ ਕਿਉਂਕਿ ਰੀਅਲ ਨੰਬਰ ਦਾ ਗਾਮਾ ਲੱਭਣਾ ਔਖਾ ਹੁੰਦਾ ਵਾ। ਇਸ ਕਰਕੇ ਰੀਅਲ ਨੰਬਰ ਬੇਟਾ ਕਿਹਨੂੰ ਕਹਿੰਦੇ ਆ? ਰੀਅਲ ਨੰਬਰ 'ਚ ਹੋ ਸਕਦਾ ਕੋਈ ਰੈਸ਼ਨਲ ਨੰਬਰ ਆ ਜਾਏ, ਇਰੈਸ਼ਨਲ ਨੰਬਰ ਆ ਜਾਏ। ਠੀਕ ਆ, ਉਹਨਾਂ ਦਾ ਗਾਮਾ ਫਾਈਂਡ ਕਰਨਾ ਡਿਫੀਕਲਟ ਹੁੰਦਾ ਵਾ। ਇਸ ਕਰਕੇ ਜੇ ਤੇ n ਹੈਗਾ ਵਾ ਰੀਅਲ ਨੰਬਰ ਇਨ ਫਾਰਮ ਆਫ ਫਰੈਕਸ਼ਨ ਜਾਂ ਫਿਰ ਇਨ ਫਾਰਮ ਆਫ ਇਰੈਸ਼ਨਲ ਨੰਬਰ, ਅਤੇ ਫਿਰ ਆਪਾਂ ਫਸਟ ਰਿਜ਼ਲਟ ਯੂਜ਼ ਕਰਾਂਗੇ। ਪਰ ਜੇ ਕਿਤੇ n ਹੈਗਾ ਵਾ ਕੋਈ ਇੰਟੀਜਰ ਗ੍ਰੇਟਰ ਦੈਨ 1, ਆਪਾਂ ਨੂੰ ਪਤਾ ਕਿ ਇੰਟੀਜਰ ਗ੍ਰੇਟਰ ਦੈਨ 1 ਨੈਚੁਰਲ ਨੰਬਰ ਹੀ ਹੁੰਦੇ ਆ। ਜੇ ਤੇ n ਹੈਗਾ ਵਾ ਕੋਈ ਨੈਚੁਰਲ ਨੰਬਰ, ਅਤੇ ਫਿਰ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਕਿ ਆਪਾਂ ਸੈਕਿੰਡ ਰਿਜ਼ਲਟ ਯੂਜ਼ ਕਰਨਾ ਵਾ। ਠੀਕ ਹੈ ਬੇਟਾ, ਫਿਰ ਆਪਾਂ ਸੈਕਿੰਡ ਰਿਜ਼ਲਟ ਯੂਜ਼ ਕਰਾਂਗੇ। ਹੁਣ ਇਸ ਰਿਜ਼ਲਟ ਨੂੰ ਪ੍ਰੂਫ ਕਿੱਦਾਂ ਕੀਤਾ ਵਾ? ਸਭ ਤੋਂ ਪਹਿਲਾਂ ਆਪਾਂ ਸਟਾਰਟ ਕੀਤਾ ਆਪਣੀ ਗਿਵਨ ਡੈਫੀਨੇਸ਼ਨ ਤੋਂ ਕਿ ਗਾਮਾ n ਜਿਹੜਾ ਹੈਗਾ ਵਾ ਉਹ ਹੁੰਦਾ ਕਾਹਦੇ ਬਰਾਬਰ ਹੈ। ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕੀਤਾ। ਆਪਾਂ ਲਿਖਤਾ ਕਿ ਗਾਮਾ n ਇਹਦੇ ਬਰਾਬਰ ਹੈਗਾ ਵਾ, ਇਹ ਤਾਂ ਗਿਵਨ ਹੀ ਆਪਾਂ ਨੂੰ। ਹੁਣ ਇਹਦੇ ਉੱਤੇ ਆਪਾਂ u/v ਦਾ ਫਾਰਮੂਲਾ ਲਾਤਾ ਇੰਟੀਗ੍ਰੇਸ਼ਨ ਬਾਏ ਪਾਰਟਸ ਵਾਲਾ। x raised to power -n ਨੂੰ ਆਪਾਂ u ਮੰਨ ਲਿਆ ਅਤੇ e raised to power -x ਨੂੰ ਆਪਾਂ v ਮੰਨ ਲਿਆ। ਜਦੋਂ ਆਪਾਂ ਇੱਥੇ u/v ਦਾ ਫਾਰਮੂਲਾ ਲਗਾਤਾ, ਆਪਾਂ ਸਾਰਿਆਂ ਨੇ ਪੜ੍ਹਿਆ ਵਾ, ਆਹ ਬਣ ਗਿਆ ਆਪਣੇ ਕੋਲ ਆਹ ਚੀਜ਼ ਮਿਲ ਗਈ। ਹੁਣ ਜਿਹੜਾ ਫਸਟ ਪਾਰਟ ਆਪਣੇ ਕੋਲ ਬਣਿਆ ਵਾ, ਇਹਦੇ ਵਿੱਚ ਆਪਾਂ ਲਿਮਿਟਸ ਪੁੱਟ ਕਰਨੀਆਂ ਵਾ। ਠੀਕ ਆ, ਜਿਹੜਾ ਫਸਟ ਪਾਰਟ ਆਪਾਂ ਕੋਲ ਬਣਿਆ ਵਾ, ਠੀਕ ਆ, ਇਹਦੇ ਵਿੱਚ ਫਸਟ ਪਾਰਟ ਦੇ ਵਿੱਚ ਆਪਾਂ ਲਿਮਿਟਸ ਪੁੱਟ ਕਰਨੀਆਂ ਵਾ। ਲਿਮਿਟਸ ਹੈਗੀਆਂ ਵਾ 0 to infinity। ਠੀਕ ਆ, ਹੁਣ ਜੇ ਤਾਂ ਆਪਾਂ ਅਪਰ ਲਿਮਿਟ ਪੁੱਟ ਕਰੀਏ,
ਅਪਰ ਲਿਮਿਟ ਪੁੱਟ ਕਰੀਏ ਤੇ ਆਪਣਾ ਜਿਹੜਾ ਕੁਐਸਚਨ ਹੈਗਾ ਵਾ, ਜਦੋਂ ਆਪਾਂ ਇਹਦੇ ਵਿੱਚ ਅਪਰ ਲਿਮਿਟ ਪੁੱਟ ਕਰਦੇ ਹਾਂ ਤੇ ਆਪਣਾ ਜਿਹੜਾ ਕੁਐਸਚਨ ਹੈਗਾ ਵਾ ਉਹ ਇਸ ਫਾਰਮ 'ਚ ਕਨਵਰਟ ਹੋ ਗਿਆ। ਆਪਾਂ ਇੱਥੇ ਲਿਮਿਟ ਦਾ ਤਰੀਕਾ ਲਾ ਕੇ ਆਨਸਰ ਲੱਭਣ ਦੀ ਕੋਸ਼ਿਸ਼ ਕਰਨ ਡਏ ਹਾਂ। ਵੈਸੇ ਆਨਸਰ ਲੱਭਣਾ ਇੱਥੇ ਡਿਫੀਕਲਟ ਹੋ ਜਾਣਾ, ਕਿਉਂਕਿ ਇਨਫਿਨਿਟੀ ਦੀ ਪਾਵਰ n-1 e⁻⁻∞ ਤੁਸੀਂ ਮੂੰਹ ਜ਼ਬਾਨੀ ਇਹਦਾ ਆਨਸਰ ਨਹੀਂ ਦੱਸ ਸਕਦੇ। ਇਸ ਕਰਕੇ ਆਪਾਂ ਲਿਮਿਟ ਦਾ ਮੈਥਡ ਲਾ ਕੇ ਇੱਥੇ ਆਨਸਰ ਫਾਈਂਡ ਕੀਤਾ ਵਾ। ਹੁਣ ਇਹਨੂੰ ਆਪਾਂ ਇਸ ਫਾਰਮ 'ਚ ਲਿਖਤਾ x⁻n-1 ਓਵਰ e⁻x। ਜਦੋਂ ਆਪਾਂ x ਦੀ ਜਗ੍ਹਾ 'ਤੇ ਇਨਫਿਨਿਟੀ ਪੁੱਟ ਕਰਾਂਗੇ ਇਹ ਆਪਣੇ ਕੋਲ ਬਣ ਗਿਆ ਇਨਫਿਨਿਟੀ ਔਰ ਇਨਫਿਨਿਟੀ ਫਾਰਮ। ਇਹ ਆਪਣੇ ਕੋਲ ਬਣ ਗਿਆ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ। ਲੋਅਰ ਕਲਾਸਿਸ 'ਚ ਆਪਾਂ ਪੜ੍ਹਿਆ ਕਿ ਜਦੋਂ ਵੀ ਆਪਣੇ ਕੋਲ ਇਨਫਿਨਿਟੀ ਔਰ ਇਨਫਿਨਿਟੀ ਫਾਰਮ ਬਣੇ ਜਾਂ 0 ਓਵਰ 0 ਫਾਰਮ ਬਣੇ, ਆਪਾਂ ਐਲ ਹੌਸਪੀਟਲ ਮੈਥਡ ਲਗਾ ਸਕਦੇ ਹਾਂ। ਇਸ ਕਰਕੇ ਇੱਥੇ ਆਪਾਂ ਐਲ ਹੌਸਪੀਟਲ ਮੈਥਡ ਰਫ ਸਾਈਡ 'ਤੇ ਤੁਸੀਂ ਲਗਾ ਕੇ ਦੇਖ ਲਓ। ਕੰਟੀਨਿਊਸਲੀ ਲਗਾਉਣਾ ਵਾ ਜਿੰਨਾ ਚਿਰ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਖਤਮ ਨਹੀਂ ਹੋ ਜਾਂਦਾ। ਫਾਈਨਲ ਸੋਲਵ ਕਰਕੇ ਆਪਣੇ ਕੋਲ ਆ ਚੀਜ਼ ਬਣਦੀ ਹੈ। ਜਦੋਂ ਫਾਈਨਲ ਤੁਸੀਂ ਸੋਲਵ ਕਰੀ ਜਾਓਗੇ ਆਪਣੇ ਕੋਲ ਆ ਚੀਜ਼ ਬਣ ਗਈ। ਹੁਣ ਨਿਊਮਰੇਟਰ ਦੇ ਵਿੱਚ ਜੋ ਆਪਣੇ ਕੋਲ ਬਣਿਆ ਵਾ ਉਹ ਹੈਗਾ ਵਾ n ਫੈਕਟੋਰੀਅਲ ਅਤੇ ਡਿਨੋਮੀਨੇਟਰ 'ਚ ਆਪਣੇ ਕੋਲ ਬਚਿਆ ਵਾ e⁻x। ਹੁਣ ਨਿਊਮਰੇਟਰ ਦੇ ਵਿੱਚ x ਖਤਮ ਹੋ ਚੁੱਕਿਆ ਵਾ, ਹੈ ਨਹੀਂ ਹੈ, ਸਿਰਫ ਡਿਨੋਮੀਨੇਟਰ ਦੇ ਵਿੱਚ x ਹੈਗਾ ਵਾ। ਹੁਣ ਜਦੋਂ ਆਪਾਂ ਲਿਮਿਟ ਪੁੱਟ ਕਰਾਂਗੇ x ਦੀ ਜਗ੍ਹਾ 'ਤੇ ਇਨਫਿਨਿਟੀ, ਆਪਣੇ ਕੋਲ ਬਣ ਗਿਆ n-1 ਫੈਕਟੋਰੀਅਲ ਓਵਰ ਇਨਫਿਨਿਟੀ। ਅਤੇ ਆਪਾਂ ਨੂੰ ਪਤਾ ਵਾ ਕਿ ਐਨੀ ਕੌਂਸਟੈਂਟ ਨੰਬਰ ਓਵਰ ਇਨਫਿਨਿਟੀ ਕੀ ਆਨਸਰ ਆਉਂਦਾ ਵਾ 0। ਠੀਕ ਆ, ਇਸ ਕਰਕੇ ਆਪਣੇ ਕੋਲ ਆਨਸਰ ਆ ਗਿਆ 0। ਇਸ ਕਰਕੇ ਯਾਦ ਰੱਖਣਾ ਕਿ ਆ ਫਸਟ ਪਾਰਟ ਦੇ ਵਿੱਚ ਜਦੋਂ ਆਪਾਂ ਲਿਮਿਟਸ ਪੁੱਟ ਕਰਾਂਗੇ ਇਨਫਿਨਿਟੀ ਤੇ ਆਨਸਰ ਕੀ ਆਏਗਾ 0, ਅਤੇ ਜਦੋਂ ਲੋਅਰ ਲਿਮਿਟ ਪੁੱਟ ਕਰਾਂਗੇ ਆਪਣੇ ਕੋਲ ਆਨਸਰ ਫਿਰ 0 ਆਉਣਾ। ਉਹ ਤੁਸੀਂ ਮੈਨੂਅਲੀ ਪੁੱਟ ਕਰਕੇ ਦੇਖ ਸਕਦੇ ਜੇ। ਇਸ ਕਰਕੇ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਜਦੋਂ ਆਪਾਂ ਕੀਤਾ ਤੇ ਆਪਣੇ ਕੋਲ ਆ ਇੰਟੀਗਰਲ ਵੈਨਿਸ਼ ਹੋ ਗਿਆ, 0 ਬਣ ਗਿਆ, ਆ ਬ੍ਰੈਕਟ ਖਤਮ ਹੋ ਗਈ। ਆਪਣੇ ਕੋਲ ਬਚੀ ਸਿਰਫ ਆ ਚੀਜ਼। ਓਕੇ, ਇਸੇ ਕਰਕੇ ਆਪਾਂ ਆਹ ਵਾਲਾ ਰਿਜ਼ਲਟ ਲਿਖਤਾ ਕਿ ਆਪਣੇ ਕੋਲ ਫਾਈਨਲ ਆ ਸੈਕਿੰਡ ਲਾਸਟ ਲਾਈਨ ਤੁਸੀਂ ਦੇਖੋ ਧਿਆਨ ਨਾਲ ਕਿ ਆਪਣੇ ਕੋਲ ਫਾਈਨਲ ਆ ਚੀਜ਼ ਬਚੀ। ਠੀਕ, ਸ਼ੁਰੂ ਆਪਾਂ ਕਿੱਥੋਂ ਕੀਤਾ ਵਾ? ਸ਼ੁਰੂ ਆਪਾਂ ਕੀਤਾ ਵਾ ਗਾਮਾ n ਤੋਂ। ਸ਼ੁਰੂ ਆਪਾਂ ਕੀਤਾ ਵਾ ਗਾਮਾ n ਤੋਂ। ਠੀਕ ਹੈ, ਹੁਣ ਜੇ ਤੇ ਤੁਸੀਂ ਇਹਦੇ ਵੱਲ ਦੇਖੋ ਧਿਆਨ ਨਾਲ, ਆ ਜੋ ਆਪਣੇ ਕੋਲ ਬਚਿਆ ਵਾ ਇੰਟੀਗਰਲ, ਜੇ ਤੁਸੀਂ ਇਹਦੇ ਵੱਲ ਧਿਆਨ ਨਾਲ ਦੇਖੋ ਤੇ ਇਹ ਬਿਲਕੁਲ ਗਾਮਾ ਫੰਕਸ਼ਨ ਦੀ ਫਾਰਮ ਦਾ ਹੀ ਆ, ਬਿਲਕੁਲ ਗਾਮਾ ਫੰਕਸ਼ਨ ਦੀ ਫਾਰਮ ਦਾ ਵਾ। ਲਿਮਿਟਸ ਹੈਗੀਆਂ ਵਾ 0 ਤੋਂ ਇਨਫਿਨਿਟੀ e⁻ ਹੈਗੀ ਆ -x। ਆਪਾਂ ਕੀ ਕਰਨਾ ਕਿ ਜੋ ਵੀ x ਦੀ ਪਾਵਰ ਹੈਗੀ ਆ ਉਹਦੇ ਵਿੱਚ ਕਰਤਾ +1, x ਦੀ ਪਾਵਰ ਹੈਗੀ ਆ n-2, ਉਹਦੇ ਵਿੱਚ ਆਪਾਂ +1 ਕਰਤਾ ਅਤੇ ਆਪਣੇ ਕੋਲ ਬਣ ਗਿਆ n-1। ਇਸ ਕਰਕੇ ਲਾਸਟ 'ਚ ਆਪਾਂ ਲਿਖਤਾ ਕਿ ਗਾਮਾ n ਨੂੰ ਸੋਲਵ ਕਰਕੇ ਆਪਣੇ ਕੋਲ ਰਿਜ਼ਲਟ ਬਚਿਆ ਵਾ, ਗਾਮਾ n ਨੂੰ ਸੋਲਵ ਕਰਕੇ ਆਪਣੇ ਕੋਲ ਲਾਸਟ ਵਾਲਾ ਰਿਜ਼ਲਟ ਬਚਿਆ ਜੋ ਆਪਾਂ ਨੂੰ ਚਾਹੀਦਾ ਸੀ। ਆ ਲਾਸਟ ਲਾਈਨ 'ਚ ਬੇਟਾ, ਠੀਕ ਆ, ਇਹ ਰਿਜ਼ਲਟ ਆਪਾਂ ਨੂੰ ਚਾਹੀਦਾ ਸੀ, ਇਹ ਬਣ ਗਿਆ। ਠੀਕ ਹੈ, ਹੁਣ ਇਹ 'ਤੇ ਜਿਹੜਾ ਰਿਜ਼ਲਟ ਆਪਾਂ ਲਿਖਿਆ ਵਾ ਇਹ ਬਣ ਗਿਆ ਫਸਟ ਪਾਰਟ ਦਾ ਰਿਜ਼ਲਟ। ਆ ਸੈਕਿੰਡ ਪਾਰਟ ਦਾ ਰਿਜ਼ਲਟ ਇਹ ਅਜੇ ਰਹਿੰਦਾ ਵਾ ਸ਼ੋਅ ਕਰਨ ਵਾਲਾ। ਹੁਣ ਸੈਕਿੰਡ ਪਾਰਟ ਦਾ ਰਿਜ਼ਲਟ ਸ਼ੋਅ ਕਰਨ ਵਾਸਤੇ ਆਪਾਂ ਫਰਦਰ ਇਸੇ ਨੂੰ ਯੂਜ਼ ਕਰਨਾ ਵਾ ਜੋ ਆਪਾਂ ਲਿਖਿਆ ਵਾ। ਠੀਕ ਆ, ਜਿਹੜਾ ਆਪਾਂ ਨੂੰ ਰਿਜ਼ਲਟ ਓਬਟੇਨ ਹੋਇਆ ਵਾ ਇਸੇ ਨੂੰ ਯੂਜ਼ ਕਰਕੇ ਆਪਾਂ ਸੈਕਿੰਡ ਰਿਜ਼ਲਟ ਓਬਟੇਨ ਕਰਾਂਗੇ। ਠੀਕ, ਨੈਕਸਟ ਪੇਜ 'ਤੇ ਦੇਖਿਓ ਤੁਸੀਂ। ਹੁਣ ਨੈਕਸਟ ਪੇਜ ਦੇ ਵਿੱਚ ਜਦੋਂ ਆਪਾਂ ਸਟਾਰਟ ਕਰਾਂਗੇ ਆ ਰਿਜ਼ਲਟ ਆਪਾਂ ਨੂੰ ਲਾਸਟ ਪੇਜ 'ਤੇ ਓਬਟੇਨ ਹੋਇਆ ਸੀ। ਹੁਣ ਆਪਾਂ ਇੱਕ ਰੀਕਰੈਂਸ ਰਿਲੇਸ਼ਨ ਇੱਥੇ ਐਸਟੈਬਲਿਸ਼ ਕਰ ਲਿਆ ਵਾ। ਰੀਕਰੈਂਸ ਰਿਲੇਸ਼ਨ ਕੀ ਹੁੰਦਾ ਵਾ? ਇੱਕ ਰਿਲੇਸ਼ਨ ਜਿਹਦੇ ਨਾਲ ਆਪਾਂ ਫਰਦਰ ਆਉਣ ਵਾਲੀਆਂ ਟਰਮਸ ਨੂੰ ਫਾਈਂਡ ਕਰ ਸਕਦੇ ਹਾਂ। ਆਪਾਂ n ਦੀ ਜਗ੍ਹਾ 'ਤੇ ਪੁੱਟ ਕੀਤਾ n-1। ਜਦੋਂ n ਦੀ ਜਗ੍ਹਾ 'ਤੇ n-1 ਪੁੱਟ ਕਰਾਂਗੇ ਆਪਣੇ ਕੋਲ ਇੱਕ ਹੋਰ ਰਿਜ਼ਲਟ ਓਬਟੇਨ ਹੋ ਗਿਆ। ਹੁਣ ਆ ਜਿਹੜਾ ਰਿਜ਼ਲਟ ਆਪਾਂ ਨੂੰ ਓਬਟੇਨ ਹੋਇਆ ਵਾ ਇਹ ਆਪਾਂ ਪੁੱਟ ਕੀਤਾ ਫਸਟ ਦੇ ਵਿੱਚ, ਇਹਦੇ ਵਿੱਚ। ਜਦੋਂ ਇਹਦੇ ਵਿੱਚ ਪੁੱਟ ਕਰਾਂਗੇ ਆਪਣੇ ਕੋਲ ਆਹ ਰਿਜ਼ਲਟ ਓਬਟੇਨ ਹੋ ਗਿਆ ਇਹਨਾਂ ਦੋਨਾਂ ਨੂੰ ਯੂਜ਼ ਕਰਕੇ। ਜਦੋਂ ਇਹ ਪ੍ਰੋਸੈਸ ਨੂੰ ਆਪਾਂ ਰਿਪੀਟ ਕਰਦੇ ਜਾਵਾਂਗੇ, ਜਦੋਂ ਆਹ ਸਾਰੇ ਪ੍ਰੋਸੈਸ ਨੂੰ ਆਪਾਂ ਫਰਦਰ ਰਿਪੀਟ ਕਰਦੇ ਰਹਾਂਗੇ ਅੱਗੇ, ਆਪਣੇ ਕੋਲ ਆਹ ਚੀਜ਼ ਬਣ ਜਾਣੀ ਹੈ। ਠੀਕ ਹੈ, ਜੇ ਤਾਂ ਤੁਸੀਂ ਇਹਦੇ ਵੱਲ ਧਿਆਨ ਨਾਲ ਵੇਖੋ ਤਾਂ n-1 n-2 so on up to 1 ਇਹ ਹੈਗਾ ਵਾ n-1 ਦਾ ਫੈਕਟੋਰੀਅਲ, ਆ ਥੱਲੇ ਵੀ ਲਿਖਿਆ ਵਾ। ਹੁਣ ਜਿਹੜੀ ਚੀਜ਼ ਲੱਭਣ ਵਾਲੀ ਰਹਿ ਗਈ ਆ ਉਹ ਹੈਗਾ ਵਾ γ1, ਕਿ ਆਪਾਂ ਲੱਭਣੀ ਹੈ ਕਿ γ1 ਦੀ ਵੈਲਿਊ ਕੀ ਹੈ। ਠੀਕ ਹੈ,
ਹੁਣ ਗਾਮਾ 1 ਜੇ ਆਪਾਂ ਡੈਫੀਨੇਸ਼ਨ ਯੂਜ਼ ਕਰੀਏ ਕਿ ਗਾਮਾ 1 ਹੁੰਦਾ ਕੀ ਆ, ਸਭ ਤੋਂ ਪਹਿਲਾਂ ਗਾਮਾ n ਕੀ ਹੁੰਦਾ ਵਾ 0 to infinity e raised to power minus x x raised to power n minus 1। ਆਪਣੇ ਕੋਲ n ਦੀ ਜਗ੍ਹਾ 'ਤੇ ਕੀ ਆ ਰਿਹਾ ਵਾ 1 minus 1 ਕੀ ਹੁੰਦਾ ਵਾ 0, x raised to power 0 ਕੀ ਹੁੰਦਾ ਵਾ 1, ਇਸ ਕਰਕੇ ਮੇਰੇ ਕੋਲ ਬਣ ਗਿਆ 0 to infinity e raised to power minus x। ਓਕੇ, ਹੁਣ e raised to power minus x ਨੂੰ ਜਦੋਂ ਆਪਾਂ ਇੰਟੀਗ੍ਰੇਟ ਕੀਤਾ, ਠੀਕ, ਮੇਰੇ ਕੋਲ ਆ ਚੀਜ਼ ਬਣ ਗਈ, ਮੇਰੇ ਕੋਲ ਆਨਸਰ ਆ ਗਿਆ 1। ਇਹ ਰਿਜ਼ਲਟ ਤੁਸੀਂ ਫਰਦਰ ਅੱਗੇ ਇਨ ਫਿਊਚਰ ਵੀ ਯਾਦ ਰੱਖਣਾ ਵਾ ਕਿ ਗਾਮਾ 1 ਜਿਹੜਾ ਹੈਗਾ ਵਾ ਉਹ 1 ਦੇ ਬਰਾਬਰ ਹੁੰਦਾ ਵਾ। ਇਹ ਆਪਣੇ ਅੱਗੇ ਵੀ ਜਾ ਕੇ ਕੰਮ ਆਉਣਾ ਕੁਐਸਚਨਸ ਦੇ ਵਿੱਚ। ਇਸ ਕਰਕੇ ਆ ਰੀਕਰੈਂਸ ਰਿਲੇਸ਼ਨ ਨੂੰ ਯੂਜ਼ ਕਰਕੇ ਮੈਂ ਆਹ ਵਾਲਾ ਰਿਜ਼ਲਟ ਓਬਟੇਨ ਕਰ ਲਿਆ ਕਿ ਗਾਮਾ n ਫੈਕਟੋਰੀਅਲ n ਮਾਈਨਸ 1 ਹੁੰਦਾ ਵਾ। ਹੁਣ ਤੁਸੀਂ ਆਹ ਗੱਲ ਯਾਦ ਰੱਖਣੀ ਹੈ ਚੰਗੀ ਤਰੀਕੇ ਨਾਲ ਕਿ ਇਹ ਰਿਜ਼ਲਟ ਆਪਾਂ ਸਿਰਫ ਉਦੋਂ ਯੂਜ਼ ਕਰਨਾ ਵਾ ਜਦੋਂ n ਕੋਈ ਨੈਚੁਰਲ ਨੰਬਰ ਹੈਗਾ ਵਾ। ਇਨ ਕੇਸ n ਨੈਚੁਰਲ ਨੰਬਰ ਨਹੀਂ ਹੈਗਾ ਤਾਂ ਆਪਾਂ ਇਹ ਰਿਜ਼ਲਟ ਨੂੰ ਯੂਜ਼ ਨਹੀਂ ਕਰਨਾ। ਓਕੇ, ਨੈਕਸਟ ਹੈਗਾ ਬੇਟਾ ਰਿਲੇਸ਼ਨ ਬਿਟਵੀਨ ਬੀਟਾ ਫੰਕਸ਼ਨ ਐਂਡ ਗਾਮਾ ਫੰਕਸ਼ਨ। ਬੀਟਾ ਫੰਕਸ਼ਨ ਆਪਾਂ ਲਾਸਟ ਐਕਸਰਸਾਈਜ਼ 'ਚ ਪੜ੍ਹ ਚੁੱਕੇ ਹਾਂ ਅਤੇ ਆ ਨਿਊ ਐਕਸਰਸਾਈਜ਼ 'ਚ ਆਪਾਂ ਪੜ੍ਹਦੇ ਪਏ ਹਾਂ ਗਾਮਾ ਫੰਕਸ਼ਨ। ਹੁਣ ਇਹਨਾਂ ਦੋਨਾਂ ਦੇ ਵਿੱਚ ਇੱਕ ਰਿਲੇਸ਼ਨ ਐਸਟੈਬਲਿਸ਼ ਆਪਾਂ ਕਰਨਾ ਵਾ। ਠੀਕ ਹੈ, ਤੁਸੀਂ ਯਾਦ ਰੱਖਣਾ ਕਿ ਇਹ ਰਿਲੇਸ਼ਨ ਹੈਗਾ ਵਾ ਆਪਣੇ ਕੋਲ ਬੀਟਾ mn ਇਜ਼ ਇਕੁਅਲਸ ਟੂ ਗਾਮਾ m ਇੰਟੂ ਗਾਮਾ n ਓਵਰ ਗਾਮਾ m ਪਲਸ n। ਇਹ ਰਿਜ਼ਲਟ ਯਾਦ ਰੱਖਣਾ ਤੁਸੀਂ ਸਾਰਿਆਂ ਨੇ। ਹੁਣ ਇਸ ਰਿਜ਼ਲਟ ਨੂੰ ਪ੍ਰੂਫ ਕਰਨ ਵਾਸਤੇ ਆਪਾਂ ਗਾਮਾ ਦੀ ਡੈਫੀਨੇਸ਼ਨ ਤੋਂ ਸ਼ੁਰੂ ਕਰਨਾ। ਇਸ ਕੁਐਸਚਨ ਨੂੰ ਕਰਨ ਦੇ ਜਾਂ ਇਸ ਥਿਅਰਮ ਨੂੰ ਕਰਨ ਦੇ 2-3 ਤਰੀਕੇ ਹੈਗੇ ਆ। ਤੁਸੀਂ ਬੀਟਾ ਫੰਕਸ਼ਨ ਲੈਫਟ ਹੈਂਡ ਸਾਈਡ ਲੈ ਕੇ ਵੀ ਸ਼ੁਰੂ ਕਰ ਸਕਦੇ ਜੇ, ਠੀਕ ਆ, ਪਰ ਆ ਨੋਟਸ ਦੇ ਵਿੱਚ ਹੁਣ ਆਪਾਂ ਇਹਨੂੰ ਸੋਲਵ ਕਰਨ ਵਾਸਤੇ ਗਾਮਾ n ਦਾ ਰਿਜ਼ਲਟ ਯੂਜ਼ ਕਰ ਰਹੇ ਹਾਂ ਕਿ ਗਾਮਾ n ਹੁੰਦਾ ਕਾਹਦੇ ਬਰਾਬਰ ਆ। ਸਟਾਰਟ ਕੀਤਾ ਆਪਾਂ ਗਾਮਾ n ਤੋਂ। ਓਕੇ, ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੇ ਵਿੱਚ ਪੁੱਟ ਕਰਨਾ ਪਊਗਾ x ਦੀ ਜਗ੍ਹਾ 'ਤੇ TZ। ਆਪਾਂ x ਦੀ ਜਗ੍ਹਾ 'ਤੇ ਪੁੱਟ ਕੀਤਾ TZ। ਜੇ x ਦੀ ਜਗ੍ਹਾ 'ਤੇ TZ ਪੁੱਟ ਕਰਾਂਗੇ ਤਾਂ dx ਦੀ ਜਗ੍ਹਾ 'ਤੇ ਕੀ ਆ ਗਿਆ TdZ। ਲਿਮਿਟਸ ਵੀ ਚੇਂਜ ਹੋਣਗੀਆਂ। ਜਦੋਂ x 0 ਆ z ਕਿੰਨਾ ਹੋ ਗਿਆ 0। ਜਦੋਂ x ਇਨਫਿਨਿਟੀ ਨੂੰ ਅਪਰੋਚ ਕਰਨ ਡਿਆ t ਕਿਹਨੂੰ ਅਪਰੋਚ ਕਰ ਰਿਹਾ ਵਾ ਇਨਫਿਨਿਟੀ ਅਕੋਰਡਿੰਗ ਟੂ ਦਿਸ ਰਿਲੇਸ਼ਨ। ਕਲੀਅਰ ਬੇਟਾ। ਹੁਣ ਜਦੋਂ ਆਪਾਂ ਇਹ ਸਾਰੀ ਸਬਸਟੀਟਿਊਸ਼ਨ ਵਿੱਚ ਕਰਾਂਗੇ, ਠੀਕ ਆ, ਆਪਣੇ ਕੋਲ ਸੈਕਿੰਡ ਲਾਸਟ ਵਾਲਾ ਇੰਟੀਗਰਲ ਬਣ ਜਾਣਾ ਵਾ। ਇਹਨੂੰ ਆਪਾਂ ਫਰਦਰ ਸਿੰਪਲੀਫਾਈ ਕੀਤਾ, ਠੀਕ ਹੈ, ਸਿੰਪਲੀਫਾਈ ਕਰਕੇ ਆਪਣੇ ਕੋਲ ਆਹ ਰਿਜ਼ਲਟ ਆ ਗਿਆ ਜਿਹੜਾ ਲਾਸਟ ਪੇਜ 'ਤੇ ਲਿਖਿਆ, ਲਾਸਟ ਲਾਈਨ 'ਚ ਲਿਖਿਆ ਜਿਹੜਾ। ਹੁਣ ਫਰਦਰ ਇਹਨੂੰ ਕੁਐਸਚਨ ਨੂੰ ਸੋਲਵ ਕਰਨ ਵਾਸਤੇ ਆਪਾਂ ਮਲਟੀਪਲਾਈ ਕਰਤਾ ਦੋਨੇ ਪਾਸੇ e ਰੇਸ ਟੂ ਪਾਵਰ ਮਾਈਨਸ t ਇੰਟੂ t ਰੇਸ ਟੂ ਪਾਵਰ m ਮਾਈਨਸ 1। ਆਪਾਂ ਇਹਦੇ ਨਾਲ ਮਲਟੀਪਲਾਈ ਕਰਤਾ ਬੋਥ ਸਾਈਡਸ 'ਤੇ। ਹੁਣ ਇਹਦੇ ਨਾਲ ਮਲਟੀਪਲਾਈ ਕਰਨ ਦਾ ਬੈਨੀਫਿਟ ਕੀ ਹੋਏਗਾ ਆਪਾਂ ਨੂੰ? ਇਹਦੇ ਨਾਲ ਮਲਟੀਪਲਾਈ ਕਰਨ ਦਾ ਬੈਨੀਫਿਟ ਇਹ ਆ, ਹੁਣ ਰਾਈਟ ਹੈਂਡ ਸਾਈਡ 'ਤੇ ਆਪਣੇ ਕੋਲ ਹੈਗਾ ਸੀ dz, ਠੀਕ ਹੈ, dz। ਹੁਣ ਜਿਹੜੀਆਂ ਤੇ ਟਰਮਸ ਦੇ ਵਿੱਚ z ਹੈਗਾ ਵਾ ਉਹ ਤਾਂ ਆਲਰੇਡੀ ਪਹਿਲਾਂ ਹੀ ਅੰਦਰ ਹੈਗੀਆਂ ਸੀ। ਆਪਾਂ ਜਿਹੜੀ ਚੀਜ਼ ਨਾਲ ਮਲਟੀਪਲਾਈ ਕੀਤਾ ਆਪਾਂ ਇਹਨੂੰ ਵੀ ਅੰਦਰ ਲੈ ਗਏ। ਅੰਦਰ ਜਾ ਕੇ ਆਪਾਂ ਇਹਨਾਂ ਨੂੰ ਐਡਜਸਟ ਕਰਤਾ ਜਿਹੜੇ ਪਹਿਲਾਂ ਹੀ ਇਹਦੇ ਵਿੱਚ ਵੇਰੀਏਬਲਸ ਪਏ ਸੀ ਉਹਨਾਂ ਦੇ ਨਾਲ। ਠੀਕ, ਫਰਦਰ ਆਪਾਂ ਕੀ ਕਰਨ ਡਏ ਆ, ਇੰਟੀਗ੍ਰੇਟਿੰਗ ਬੋਥ ਸਾਈਡਸ ਵਿਦ ਰਿਸਪੈਕਟ ਟੂ t ਵਿਦ ਲਿਮਿਟਸ 0 to infinity। ਆਪਾਂ ਇਸ ਕੁਐਸਚਨ ਨੂੰ ਜਾਂ ਫਿਰ ਇੱਥੋਂ ਅੱਗੇ ਦੁਬਾਰਾ ਇੰਟੀਗ੍ਰੇਟ ਕਰਨ ਲੱਗੇ ਆ ਫਰੋਮ 0 to infinity। ਠੀਕ, ਹੁਣ ਜਦੋਂ ਆਪਾਂ 0 to infinity ਇੰਟੀਗ੍ਰੇਟ ਕਰਨਾ ਵਾ, ਯਾਦ ਰੱਖਣਾ ਕਿ ਹੁਣ ਆਪਾਂ ਇੰਟੀਗ੍ਰੇਟ ਕਰਦੇ ਪਏ ਹਾਂ ਵਿਦ ਰਿਸਪੈਕਟ ਟੂ t। ਇਸ ਕਰਕੇ ਹੁਣ ਜਿਹੜੀਆਂ t ਵਾਲੀਆਂ ਟਰਮਸ ਹੈਗੀਆਂ ਵਾ ਉਹ ਇੰਟੀਗਰਲ ਦੇ ਅੰਦਰ ਰਹਿਣਗੀਆਂ। ਰਾਈਟ ਹੈਂਡ ਸਾਈਡ 'ਤੇ ਆਪਣੇ ਕੋਲ ਬਣ ਗਿਆ ਇੱਕ ਡਬਲ ਇੰਟੀਗਰਲ। ਠੀਕ, ਲੈਫਟ ਹੈਂਡ ਸਾਈਡ 'ਤੇ ਸਿੰਪਲ ਹੀ ਆ, ਰਾਈਟ ਹੈਂਡ ਸਾਈਡ 'ਤੇ ਥੋੜ੍ਹਾ ਜਿਹਾ ਕੰਪਲੈਕਸ ਪੈਟਰਨ ਬਣ ਗਿਆ। ਹੁਣ ਆਪਾਂ ਕੀ ਕੀਤਾ ਕਿ ਜਿਹੜੀਆਂ ਟਰਮਸ ਦੇ ਵਿੱਚ t ਆਉਂਦਾ ਵਾ ਉਹਨਾਂ ਨੂੰ ਇੱਕ ਸਿੰਗਲ ਬ੍ਰੈਕਟ 'ਚ ਰਹਿਣ ਤਾ। ਓਕੇ, ਅਤੇ ਜਿਹੜੀ ਟਰਮਸ ਦੇ ਵਿੱਚ t ਨਹੀਂ ਹੈਗਾ, ਆ ਸਿਰਫ ਸਿੰਗਲ ਟਰਮ ਹੈਗੀ ਆ z ਦੀ ਪਾਵਰ n ਮਾਈਨਸ 1। ਇਹਨੂੰ ਆਪਾਂ ਬ੍ਰੈਕਟ ਤੋਂ ਬਾਹਰ ਕੱਢਤਾ। ਹੁਣ ਯਾਦ ਰੱਖਣਾ ਕਿ ਇਸ ਕੁਐਸਚਨ ਦੇ ਵਿੱਚ ਆਪਾਂ ਦੁਬਾਰਾ ਇੱਕ ਸਬਸਟੀਟਿਊਸ਼ਨ ਯੂਜ਼ ਕਰਨ ਲੱਗੇ ਹਾਂ ਕਿ ਜਿੱਥੇ ਵੀ t ਇੰਟੂ z ਪਲੱਸ 1 ਹੈਗਾ ਵਾ ਉੱਥੇ ਆਪਾਂ y ਪੁੱਟ ਕਰ ਲੱਗੇ ਹਾਂ। ਇਹਦਾ ਮਤਲਬ ਕਿ t ਦੀ ਜਗ੍ਹਾ 'ਤੇ ਆਪਣੇ ਕੋਲ ਕੀ ਆ ਗਿਆ y ਓਵਰ z ਪਲੱਸ 1। ਜਦੋਂ ਆਪਾਂ ਇਹਨੂੰ ਡਿਫਰੈਂਸ਼ੀਏਟ ਕਰਾਂਗੇ ਆਪਾਂ u ਓਵਰ v ਦਾ ਰਿਜ਼ਲਟ ਲਗਾਉਣਾ ਵਾ। ਡਿਫਰੈਂਸ਼ੀਏਟ ਆਪਾਂ ਰਾਈਟ ਹੈਂਡ ਸਾਈਡ 'ਤੇ ਕਰਨਾ ਵਾ ਵਿਦ ਰਿਸਪੈਕਟ ਟੂ y, ਇਸ ਕਰਕੇ ਉੱਥੇ ਆਇਆ ਸਿਰਫ dy।
ਜਦੋਂ ਆਪਾਂ ਪੁੱਟ ਕਰਦੇ ਹਾਂ ਲਿਮਿਟਸ ਵੀ ਚੇਂਜ ਹੋਣਗੀਆਂ, ਭਾਵੇਂ ਲਿਮਿਟ ਸੇਮ ਰਹਿਣ। ਐਕਸ ਨੂੰ 0 ਪੁੱਟ ਕੀਤਾ, ਟੀ ਨੂੰ 0 ਪੁੱਟ ਕੀਤਾ, ਵਾਈ ਵੀ 0 ਆ। ਟੀ ਨੂੰ ਇਨਫਿਨਿਟੀ ਪੁੱਟ ਕਰਾਂਗੇ, ਵਾਈ ਵੀ ਇਨਫਿਨਿਟੀ ਆ। ਇਹ ਸਾਰੇ ਚੇਂਜਸ ਕਰਨ ਤੋਂ ਬਾਅਦ 'ਚ ਜਿਹੜਾ ਆਪਣੇ ਕੋਲ ਨਵਾਂ ਇੰਟੀਗਰਲ ਬਣਿਆ, ਜਾਂ ਫਿਰ ਜਿਹੜੀ ਆਹ ਵਾਲੀ ਆਪਣੇ ਕੋਲ ਇਕੁਏਸ਼ਨ ਹੈਗੀ ਸੀ, ਆਹ ਵਾਲੀ ਇਕੁਏਸ਼ਨ ਜਿਹੜੀ ਆਪਣੇ ਕੋਲ ਹੈਗੀ ਸੀ, ਇਹ ਕਨਵਰਟ ਹੋ ਗਈ ਇਹਦੇ ਵਿੱਚ, ਆ ਸਾਰੇ ਵਿੱਚ। ਹੁਣ ਆ ਹੈਗਾ ਵਾ ਆਪਣੇ ਕੋਲ ਗਾਮਾ ਫੰਕਸ਼ਨ, ਗਾਮਾ ਫੰਕਸ਼ਨ ਦੀ ਫਾਰਮ 'ਚ ਹੈਗਾ ਵਾ। ਇਹਨੂੰ ਆਪਾਂ ਕਵਾਂਗੇ ਇਹ ਹੈਗਾ ਵਾ ਗਾਮਾ ਐਮ। ਇਸ ਕਰਕੇ ਆਪਣੇ ਕੋਲ ਲੈਫਟ ਹੈਂਡ ਸਾਈਡ 'ਤੇ ਬਣ ਗਿਆ ਗਾਮਾ ਐਨ ਇੰਟੂ ਗਾਮਾ ਐਮ। ਜੇ ਤੁਸੀਂ ਇਹਦੇ ਵੱਲ ਧਿਆਨ ਨਾਲ ਦੇਖੋ, ਇਹ ਹੈਗਾ ਵਾ ਗਾਮਾ ਐਮ ਪਲਸ ਐਨ, ਇਹ ਹੈਗਾ ਵਾ ਗਾਮਾ ਐਮ ਪਲਸ ਐਨ। ਓਕੇ, ਇਹਨੂੰ ਆਪਾਂ ਫਰਦਰ ਸੋਲਵ ਕੀਤਾ। ਠੀਕ ਹੈ, ਸੋਲਵ ਕਰਕੇ ਹੁਣ ਯਾਦ ਰੱਖਣਾ ਕਿ ਜਿਹੜਾ ਗਾਮਾ ਭਾਵੇਂ ਐਮ ਹੋਵੇ ਅਤੇ ਭਾਵੇਂ ਗਾਮਾ ਐਨ ਹੋਵੇ, ਇਹ ਹੁੰਦੇ ਆ ਕੌਂਸਟੈਂਟ। ਗਾਮਾ ਐਮ ਹੋਵੇ, ਭਾਵੇਂ ਗਾਮਾ ਐਨ ਹੋਵੇ, ਭਾਵੇਂ ਗਾਮਾ ਐਮ ਪਲਸ ਐਨ ਹੋਵੇ, ਇਹ ਹੁੰਦੇ ਆ ਕੌਂਸਟੈਂਟ। ਕੌਂਸਟੈਂਟ ਆ ਕੇ ਇੰਟੀਗਰਲ ਸਾਈਨ ਦੇ ਬਾਹਰ, ਅੰਦਰ ਆਪਣੇ ਕੋਲ ਆਹ ਚੀਜ਼ ਬਚੀ। ਹੁਣ ਜੇ ਤਾਂ ਤੁਸੀਂ ਆਪਣੀ ਪੁਰਾਣੀ ਰਿਜ਼ਲਟਸ ਨੂੰ ਯਾਦ ਰੱਖੋ, ਅਤੇ ਇਹ ਹੈਗਾ ਵਾ ਬੀਟਾ ਫੰਕਸ਼ਨ ਦੀ ਫਾਰਮ ਦੇ ਵਿੱਚ, ਬੀਟਾ ਫੰਕਸ਼ਨ ਆਫ ਸੈਕੰਡ ਫਾਰਮ। ਇਹਨੂੰ ਆਪਾਂ ਲਿਖ ਸਕਦੇ ਹਾਂ ਬੀਟਾ ਐਮ ਕੌਮਾ ਐਨ। ਜਦੋਂ ਆਪਾਂ ਇਹਨੂੰ ਸਿੰਪਲੀਫਾਈ ਕਰਾਂਗੇ, ਠੀਕ ਆ, ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਨੂੰ, ਮੇਰੇ ਕੋਲ ਆਹ ਰਿਜ਼ਲਟ ਬਣ ਗਿਆ, ਜਿਹੜਾ ਮੇਰਾ ਫਾਈਨਲ ਰਿਜ਼ਲਟ ਹੈਗਾ ਸੀ, ਜਿਹੜਾ ਮੈਂ ਇਹਦੇ ਵਿੱਚ ਸ਼ੋਅ ਕਰਨਾ ਸੀ ਕਿ ਬੀਟਾ ਐਮ ਐਨ ਅਤੇ ਗਾਮਾ ਐਮ ਐਨ, ਇਹਨਾਂ ਦੇ ਵਿੱਚ ਰਿਲੇਸ਼ਨ ਕੀ ਹੈਗਾ ਵਾ। ਓਕੇ, ਫਰਦਰ ਇਸੇ ਰਿਜ਼ਲਟ ਦੀ ਇੱਕ ਕਰੋਲਰੀ ਹੈਗੀ ਆ। ਕਰੋਲਰੀ ਆਪਣੇ ਕੋਲ ਜਿਹੜੀ ਹੈਗੀ ਆ ਨੈਕਸਟ, ਉਹ ਹੈਗੀ ਕਿ ਆਪਾਂ ਸ਼ੋਅ ਕਰਨਾ ਵਾ ਕਿ ਜਿਹੜਾ ਗਾਮਾ ਫੰਕਸ਼ਨ ਹੈਗਾ ਵਾ, ਗਾਮਾ 1/2, ਗਾਮਾ 1/2 ਕਾਹਦੇ ਬਰਾਬਰ ਹੁੰਦਾ ਵਾ, ਅੰਡਰੂਟ ਪਾਈ। ਇਹ ਰਿਜ਼ਲਟਸ ਤੁਸੀਂ ਅੱਗੇ ਵੀ ਯਾਦ ਰੱਖਣੇ ਕਿ ਆਪਾਂ ਕੁਐਸਚਨਸ ਦੇ ਵਿੱਚ ਵੀ ਇਹਨਾਂ ਨੂੰ ਯੂਜ਼ ਕਰਨਾ ਵਾ। ਗਾਮਾ 1/2 ਕਾਹਦੇ ਬਰਾਬਰ ਹੁੰਦਾ ਵਾ, ਅੰਡਰੂਟ ਪਾਈ। ਇਹ ਰਿਜ਼ਲਟਸ ਨੂੰ ਤੁਸੀਂ ਯਾਦ ਰੱਖਣਾ। ਇਸ ਰਿਜ਼ਲਟ ਨੂੰ ਪ੍ਰੂਫ ਕਰਨ ਵਾਸਤੇ ਜਿਹੜਾ ਰਿਜ਼ਲਟ ਆਪਾਂ ਹੁਣੇ ਪ੍ਰੂਫ ਕੀਤਾ, ਆਪਾਂ ਉਸੇ ਨੂੰ ਯੂਜ਼ ਕਰਨ ਡਏ ਹਾਂ ਕਿ ਬੀਟਾ ਐਮ ਐਨ ਕਾਹਦੇ ਬਰਾਬਰ ਆ, ਗਾਮਾ ਐਮ ਗਾਮਾ ਐਨ ਓਵਰ ਗਾਮਾ ਐਮ ਪਲਸ ਐਨ। ਆਪਾਂ ਇਸੇ ਰਿਜ਼ਲਟ ਨੂੰ ਯੂਜ਼ ਕਰਨ ਲੱਗੇ ਹਾਂ। ਆਪਾਂ ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਦੇ ਵਿੱਚ ਐਮ ਅਤੇ ਐਨ ਦੀ ਜਗ੍ਹਾ 'ਤੇ ਪੁੱਟ ਕਰਤਾ 1/2। ਜਿੱਥੇ ਵੀ ਐਮ ਹੈਗਾ ਅਤੇ ਐਨ ਹੈਗਾ, ਉੱਥੇ ਆਪਾਂ ਪੁੱਟ ਕਰਤਾ 1/2। ਜਦੋਂ ਆਪਾਂ ਐਮ ਅਤੇ ਐਨ ਦੀ ਜਗ੍ਹਾ 'ਤੇ 1/2 ਪੁੱਟ ਕਰ ਦਾਂਗੇ, ਮੇਰੇ ਕੋਲ ਆਹ ਚੀਜ਼ ਬਣ ਗਈ। ਗਾਮਾ 1 ਹੁੰਦਾ ਵਾ 1 ਦੇ ਬਰਾਬਰ। ਤੁਹਾਨੂੰ ਯਾਦ ਹੋਵੇ ਆਪਾਂ ਲਾਸਟ ਥਿਅਰਮ ਦੇ ਵਿੱਚ ਇਹਨੂੰ ਸ਼ੋਅ ਕੀਤਾ ਸੀ। ਗਾਮਾ 1 ਹੁੰਦਾ 1 ਦੇ ਬਰਾਬਰ। ਗਾਮਾ 1/2 ਇੰਟੂ ਗਾਮਾ 1/2 ਹੋ ਗਿਆ ਗਾਮਾ 1/2 ਦਾ ਹੋਲ ਸਕੁਏਅਰ। ਠੀਕ, ਹੁਣ ਆਪਾਂ ਗਾਮਾ 1/2 ਦੀ ਵੈਲਿਊ ਲੱਭਣੀ, ਇਸ ਕਰਕੇ ਇਹਨੂੰ ਇੱਕ ਸਾਈਡ 'ਤੇ ਰਹਿਣ ਤਾ, ਦੂਜੇ ਸਾਈਡ 'ਤੇ ਆਪਾਂ ਰਹਿਣ ਤਾ। ਇਹਨੂੰ ਆਪਾਂ ਸੋਲਵ ਕੀਤਾ। ਠੀਕ, ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ, ਆਪਣੇ ਕੋਲ ਲਿਮਿਟਸ ਆ ਗਈਆਂ 0 to 1, x raised to power m-1 ਇੰਟੂ 1 ਮਾਈਨਸ x raised to power n-1। ਠੀਕ, ਮੈਂ ਇਹਨੂੰ ਸੋਲਵ ਕੀਤਾ। ਸੋਲਵ ਕਰਨ ਤੋਂ ਬਾਅਦ ਮੇਰੇ ਕੋਲ ਆਹ ਰਿਜ਼ਲਟ ਬਚਿਆ। ਸੋਲਵ ਕਰਨ ਤੋਂ ਬਾਅਦ ਮੇਰੇ ਕੋਲ ਆਹ ਰਿਜ਼ਲਟ ਬਚਿਆ। ਹੁਣ ਇਹਦੇ ਵਿੱਚ ਮੈਂ ਸਬਸਟੀਟਿਊਸ਼ਨ ਲਗਾਉਣੀ ਆ। ਐਕਸ ਦੀ ਜਗ੍ਹਾ 'ਤੇ ਮੈਂ ਪੁੱਟ ਕਰਾਂਗਾ ਸਾਇੰਸ ਸਕੁਏਅਰ ਥੀਟਾ, ਅਤੇ ਵਾਈ ਡੀ ਐਕਸ ਮੇਰੇ ਕੋਲ ਕਿੰਨਾ ਆ ਗਿਆ, ਫਿਰ ਡਿਫਰੈਂਸ਼ੀਏਟ ਕਰਨ ਤੋਂ ਬਾਅਦ 'ਚ ਡੀ ਐਕਸ ਆ ਗਿਆ 2 ਸਾਈਨ ਥੀਟਾ ਕੋਸ ਥੀਟਾ ਡੀ ਥੀਟਾ। ਲਿਮਿਟਸ ਵੀ ਚੇਂਜ ਹੋਈਆਂ, ਐਕਸ 0 ਆ, ਥੀਟਾ ਵੀ 0 ਆ। ਜਦੋਂ ਐਕਸ 1 ਹੈ, ਥੀਟਾ π/2 ਆ। ਇਹ ਸਾਰੀਆਂ ਸਬਸਟੀਟਿਊਸ਼ਨਸ ਮੈਂ ਪੁੱਟ ਕਰਤੀਆਂ। ਠੀਕ ਆ, ਪੁੱਟ ਕਰਨ ਤੋਂ ਬਾਅਦ 'ਚ ਸਿੰਪਲੀਫਾਈ ਕੀਤਾ। ਸਿੰਪਲੀਫਾਈ ਕਰਕੇ ਮੇਰੇ ਕੋਲ ਆਹ ਰਿਜ਼ਲਟ ਆ ਗਿਆ। ਰਾਈਟ ਹੈਂਡ ਸਾਈਡ 'ਤੇ ਹੈਗਾ ਸੀ ਸਕੁਏਅਰ, ਗਾਮਾ 1/2 'ਤੇ ਹੈਗਾ ਸੀ ਸਕੁਏਅਰ। ਉਹ ਸਕੁਏਅਰ ਜਦੋਂ ਆਪਾਂ ਰਾਈਟ ਹੈਂਡ ਸਾਈਡ 'ਤੇ ਲਿਆਵਾਂਗੇ, ਉਹ ਬਣ ਗਿਆ ਸਕੁਏਅਰ ਰੂਟ। ਅਤੇ ਮੇਰੇ ਕੋਲ ਫਾਈਨਲ ਰਿਜ਼ਲਟ ਆ ਗਿਆ ਕਿ ਜਿਹੜਾ ਗਾਮਾ 1/2 ਆ, ਇਹ ਕਾਹਦੇ ਬਰਾਬਰ ਹੁੰਦਾ ਵਾ, ਇਹ ਹੁੰਦਾ ਵਾ ਸਕੁਏਅਰ ਰੂਟ ਆਫ 1/2, ਇਹਦੇ ਬਰਾਬਰ ਹੁੰਦਾ ਵਾ। ਠੀਕ ਹੈ, ਅੱਜ ਤੱਕ ਵਾਸਤੇ ਆਪਾਂ 3 ਕੁਐਸਚਨਸ ਕੀਤੇ ਆ, ਜਾਂ 3 ਆਰਟੀਕਲਸ ਕੀਤੇ ਆ। ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ। ਠੀਕ ਆ, ਬਹੁਤ ਇੰਪੋਰਟੈਂਟ ਹੈਗੇ, ਐਗਜ਼ਾਮ ਦੇ ਵਿੱਚ ਵੀ ਇਹ ਆ ਸਕਦੇ ਆ, ਐਕਸਰਸਾਈਜ਼ ਦੇ ਵਿੱਚ ਤੇ ਯੂਜ਼ ਹੋਣੇ ਹੀ ਹੋਣੇ ਆ ਕਾਫੀ ਕੁਐਸਚਨਸ ਦੇ ਵਿੱਚ ਇਹ ਵਾਲੇ ਰਿਜ਼ਲਟਸ। ਠੀਕ ਆ, ਨੈਕਸਟ ਬੇਟਾ ਆਪਾਂ ਗੱਲ ਕਰਾਂਗੇ। ਓਕੇ, ਥੈਂਕ ਯੂ ਸਾਰਿਆਂ ਦਾ।